जिस तरह का माहौल बनता जा रहा है, WTO के प्रभाव के थले साडी सरकार साडी कणक तो इंपोर्ट ड्यूटी खत्म करन जा रही है। पिछले समय तुसीं देखिया है कि ड्राई फ्रूट तो जिहड़ी इंपोर्ट ड्यूटी है उन्होंने घटा दिता गया। बड़ा प्रोग्राम जो इस दोनों फोरमां वालों इकट्ठा होना है, वो 2 जनवरी नूं जंडियाला गुरू दे विच माझे दे इलाके दे विच एक बड़ा इकट्ठ करके सरकार तक आपका मैसेज पहुँचाने की कोशिश करांगे। अपने बरनाले दे विच 6 जनवरी नोट कर लियो डेट, 6 जनवरी नूं उत्थे इकट्ठ होना है। इन्हां दोवां इकट्ठां तो बाद असीं सैस करके एक प्रोग्राम देवांगे जिहदे तहत दिल्ली वल नूं किहो जिहा प्रोग्राम देना उस तो बाद दसांगे। ਉਹਦੇ ਨਾਲ ਦੀ ਨਾਲ ਜਿਹੜਾ ਮੰਗ ਪੱਤਰ ਤੇ ਆਪਾਂ ਸਹਿਮਤੀ ਬਿਤਾਈ ਉੱਚ ਤੱਕ MSP ਗਰੰਟੀ ਕਾਨੂੰਨ ਸਾਰੀਆਂ ਫਸਲਾਂ ਲਈ ਬਣਾਇਆ ਜਾਵੇ। ਸਾਰੀਆਂ ਫਸਲਾਂ ਦੇ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ C2 ਫਾਰਮੂਲੇ ਵਿੱਚ 50% ਜਿਹੜੇ ਭਾਅ ਅਨੁਸਾਰ ਭਾਅ ਦਿੱਤੇ ਜਾਣ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਸੰਪੂਰਨ ਕਰਜ਼ਾ ਮੁਕਤੀ ਕੀਤੀ ਜਾਵੇ। ਲਖੀਮਪੁਰ ਖੀਰੀ ਕਾਂਡ ਦਾ ਜਿਹੜਾ ਇਨਸਾਫ ਦਿੱਤਾ ਜਾਵੇ। ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ। ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕੀਤੀ ਜਾਵੇ। ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਜਾਣ ਅਤੇ ਦਿੱਲੀ ਮੋਰਚੇ ਦੀ ਸ਼ਹੀਦ ਸਮਾਰਕ ਲਈ ਦਿੱਲੀ ਵਿੱਚ ਜਗ੍ਹਾ ਦਿੱਤੀ ਜਾਵੇ। सब तो पहला तो सत्कारयोग पत्रकार दोस्तों, ਤੁਹਾਡਾ ਸਾਰਿਆਂ ਦਾ ਅੱਜ ਇੱਥੇ ਆ ਕੇ ਸਾਡੀ ਇਸ ਗੱਲ ਨੂੰ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਉਣ ਦਾ ਜੋ ਉਪਰਾਲਾ ਹੈ, ਇਹਦੇ ਲਈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਬਹੁਤ ਮਿਹਰਬਾਨੀ, ਸ਼ੁਕਰੀਆ। ਤੁਸੀਂ ਸਾਡੀ ਗੱਲ ਨੂੰ ਅੱਗੇ ਲਿਜਾਣ ਵਾਸਤੇ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ। ਅੱਜ ਆਪਾਂ ਇੱਥੇ ਇਸ ਲਈ ਇਕੱਠੇ ਹੋਏ ਹਾਂ ਕਿ SKM ਨੌਨ ਪੋਲੀਟੀਕਲ ਤੇ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਨੇ ਪਿਛਲੇ ਦਿਨਾਂ ਤੋਂ ਕੁਝ ਮੀਟਿੰਗਾਂ ਕਰਕੇ ਇੱਕ ਸਾਂਝ ਬਣਾਉਣ ਦਾ ਯਤਨ ਕੀਤਾ ਹੈ, ਜਿਹਦੇ 'ਚੋਂ ਕੁਝ ਪ੍ਰੋਗਰਾਮ ਦੇਣ ਦੀ ਲੋੜ ਲੱਗ ਰਹੀ ਸੀਗੀ। ਕਿਉਂਕਿ ਜਿਹੜਾ ਦੇਸ਼ ਦੇ ਅੰਦਰ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ, WTO ਦੇ ਪ੍ਰਭਾਵ ਦੇ ਥੱਲੇ ਸਾਡੀ ਸਰਕਾਰ ਸਾਡੀ ਕਣਕ ਤੋਂ ਇੰਪੋਰਟ ਡਿਊਟੀ ਖਤਮ ਕਰਨ ਜਾ ਰਹੀ ਹੈ। ਪਿਛਲੇ ਸਮੇਂ 'ਚ ਤੁਸੀਂ ਦੇਖਿਆ ਹੈ ਕਿ ਡਰਾਈ ਫਰੂਟ ਤੋਂ ਜਿਹੜੀ ਇੰਪੋਰਟ ਡਿਊਟੀ ਹੈ ਉਹਨੂੰ ਘਟਾ ਦਿੱਤਾ ਗਿਆ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜ਼ਰੂਰੀ ਬਣਦਾ ਸੀਗਾ ਕਿ ਸਾਰੀਆਂ ਜਥੇਬੰਦੀਆਂ ਮਿਲ ਕੇ ਕੋਈ ਐਕਸ਼ਨ ਉਲੀਕਣ, ਕੋਈ ਲੜਾਈ ਅੱਗੇ ਨੂੰ ਤੋਰੀ ਜਾਏ। ਉਹ ਕੀ ਹੋਏਗੀ ਉਹ ਬਾਅਦ ਦੇ ਵਿੱਚ ਦੱਸਾਂਗੇ ਹਜੇ, ਕਿਉਂਕਿ ਅਜੇ ਸਾਡੇ ਕੋਲੇ ਕੁਝ ਪ੍ਰੋਗਰਾਮ ਨੇ। ਲੇਕਿਨ ਦਿੱਲੀ ਦੇ ਅੱਗੇ ਵੱਡੀ ਲੜਾਈ ਲੜਨ ਦੇ ਲਈ ਅਸੀਂ ਇੱਕ ਪ੍ਰੋਗਰਾਮ ਕੁਛ ਉਲੀਕੇ ਆ। ਆਪ ਜੀ ਦੇ ਮੈਂ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਇੱਕ ਤਾਂ ਅਸੀਂ ਵੱਡਾ ਪ੍ਰੋਗਰਾਮ ਜੋ ਇਸ ਦੋਨਾਂ ਫੋਰਮਾਂ ਵੱਲੋਂ ਇਕੱਠਾ ਹੋਣਾ ਹੈ, ਉਹ 2 जनवरी ਨੂੰ ਜੰਡਿਆਲਾ ਗੁਰੂ ਦੇ ਵਿੱਚ माझे ਦੇ ਇਲਾਕੇ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਸਰਕਾਰ ਤੱਕ ਆਪਦਾ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਔਰ ਅਗਲਾ ਪ੍ਰੋਗਰਾਮ ਹੈ ਜਿਹੜਾ ਸਾਡਾ ਉਹ ਆਪਣੇ ਬਰਨਾਲੇ ਦੇ ਵਿੱਚ 6 ਜਨਵਰੀ ਨੋਟ ਕਰ ਲਿਓ ਡੇਟ, 6 ਜਨਵਰੀ ਨੂੰ ਉੱਥੇ ਇਕੱਠ ਹੋਣਾ ਹੈ। ਇਹਨਾਂ ਦੋਵਾਂ ਇਕੱਠਾਂ ਤੋਂ ਬਾਅਦ ਅਸੀਂ ਸੈਸ ਕਰਕੇ ਇੱਕ ਪ੍ਰੋਗਰਾਮ ਦੇਵਾਂਗੇ ਜਿਹਦੇ ਤਹਿਤ ਦਿੱਲੀ ਵੱਲ ਨੂੰ ਕਿਹੋ ਜਿਹਾ ਪ੍ਰੋਗਰਾਮ ਦੇਣਾ ਉਸ ਤੋਂ ਬਾਅਦ ਦੱਸਾਂਗੇ। ਜਿਹੜੀਆਂ ਮੰਗਾਂ ਦੀ ਜੋ ਡਿਟੇਲ ਹੈ, ਕਿਸ ਤਰ੍ਹਾਂ ਕਿੰਨੀਆਂ ਮੰਗਾਂ ਨੇ, ਸਾਰੀ ਗੱਲਬਾਤ ਤੁਹਾਡੇ ਨਾਲ ਸਾਡੇ ਵੀਰ ਪੰਧੇਰ ਸਾਹਿਬ ਸਾਂਝੀ ਕਰਨਗੇ। ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਮੰਗਾਂ ਬਾਰੇ ਡਿਟੇਲ ਦੇ ਵਿੱਚ ਤੁਹਾਨੂੰ ਇਹ ਜਾਣਕਾਰੀ ਦੇਣ। ਦੇਖੋ, ਇੱਕ ਤਾਂ ਜਿਵੇਂ ਡੱਲੇਵਾਲ ਸਾਹਿਬ ਨੇ ਦੱਸਿਆ ਵਾ ਵੀ ਆਪਾਂ 2 ਵੱਡੇ ਇਕੱਠ ਕਰ ਰਹੇ ਹਾਂ ਅਤੇ ਉਹਦੇ ਵਿੱਚ ਗਾਂ ਦਿੱਲੀ ਦੇ ਮੋਰਚੇ ਨੂੰ ਸਿੱਧਤ ਐਲਾਨ ਹੋਣਗੇ। ਉਹਦੇ ਨਾਲ ਦੀ ਨਾਲ ਜਿਹੜਾ ਮੰਗ ਪੱਤਰ 'ਤੇ ਆਪਾਂ ਸਹਿਮਤੀ ਬਿਤਾਈ ਉੱਚ ਤੱਕ MSP ਗਰੰਟੀ ਕਾਨੂੰਨ ਸਾਰੀਆਂ ਫਸਲਾਂ ਲਈ ਬਣਾਇਆ ਜਾਵੇ। ਸਾਰੀਆਂ ਫਸਲਾਂ ਦੇ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ C2 ਫਾਰਮੂਲੇ ਵਿੱਚ 50% ਜਿਹੜੇ ਭਾਅ ਅਨੁਸਾਰ ਭਾਅ ਦਿੱਤੇ ਜਾਣ। ਅਗਲਾ ਹੈਗਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਸੰਪੂਰਨ ਕਰਜ਼ਾ ਮੁਕਤੀ ਕੀਤੀ ਜਾਵੇ। ਇਹ ਦੋਗਾ 3 ਨੰਬਰ 'ਚ
ਪਿਛਲੇ ਦਿੱਲੀ ਅੰਦੋਲਨ ਦੀਆਂ ਅਧੂਰੀਆਂ ਰਹਿੰਦੀਆਂ ਮੰਗਾਂ, ਜਿਵੇਂ ਕਿ ਲਖੀਮਪੁਰ ਖੀਰੀ ਕਾਂਡ ਦਾ ਜਿਹੜਾ ਇਨਸਾਫ ਦਿੱਤਾ ਜਾਵੇ, ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ, ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕੀਤੀ ਜਾਵੇ, ਸਾਰੇ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਹੋਏ ਸਮਝੌਤੇ ਅਨੁਸਾਰ ਜ਼ਖਮੀਆਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਦਿੱਲੀ ਮੋਰਚੇ ਸਮੇਤ ਦੇਸ਼ ਭਰ ਦੇ ਸਾਰੇ ਅੰਦੋਲਨਾਂ ਦੌਰਾਨ ਪਾਏ ਗਏ ਹਰ ਤਰ੍ਹਾਂ ਦੇ ਕੇਸ ਰੱਦ ਕੀਤੇ ਜਾਣ। ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਜਾਣ ਅਤੇ ਦਿੱਲੀ ਮੋਰਚੇ ਦੀ ਸ਼ਹੀਦ ਸਮਾਰਕ ਲਈ ਦਿੱਲੀ ਵਿੱਚ ਜਗ੍ਹਾ ਦਿੱਤੀ ਜਾਵੇ। ਇਹਦਾ ਇੱਕ ਐੜਾ ਭਾਗ ਹੈਗਾ ਵਾ, ਬਿਜਲੀ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਵਾਲੇ ਬਿਜਲੀ ਸੋਧ ਬਿੱਲ ਬਾਰੇ ਦਿੱਲੀ ਮੋਰਚੇ ਦੌਰਾਨ ਸਹਿਮਤੀ ਬਣੀ ਸੀ ਕਿ ਖਪਤਕਾਰਾਂ ਨੂੰ ਵਿਸ਼ਵਾਸ ਵਿੱਚ ਲਏ ਬਿਨਾਂ ਲਾਗੂ ਨਹੀਂ ਕੀਤਾ ਜਾਵੇਗਾ, ਪਰ ਆਰਡੀਨੈਂਸਾਂ ਦੁਆਰਾ ਇਸ ਨੂੰ ਪਿਛਲੇ ਦਰਵਾਜ਼ੇ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ, ਇਸ ਨੂੰ ਰੱਦ ਕੀਤਾ ਜਾਵੇ। ਈਡੀ ਕੀਤੇ ਵਾਅਦੇ ਅਨੁਸਾਰ ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਕਾਨੂੰਨ ਵਿੱਚੋਂ ਬਾਹਰ ਕੀਤਾ ਜਾਵੇ, ਇਹ ਮੰਨੀ ਸੀ ਮੰਗ। ਨੰਬਰ 4, ਭਾਰਤ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਆਵੇ, ਵਿਦੇਸ਼ਾਂ ਤੋਂ ਖੇਤੀ ਜਿਨਸਾਂ, ਦੁੱਧ ਉਤਪਾਦ, ਫਲ ਸਬਜ਼ੀਆਂ, ਮੀਟ ਆਦਿ ਦੇ ਉੱਪਰ ਆਯਾਤ ਡਿਊਟੀ ਘੱਟ ਕਰਨ ਦੀ ਬਜਾਏ ਵਧਾਈ ਜਾਵੇ ਅਤੇ ਭਾਰਤ ਦੇ ਕਿਸਾਨਾਂ ਦੀਆਂ ਪਹਿਲ ਦੇ ਆਧਾਰ ਤੇ ਫਸਲਾਂ ਖਰੀਦੀਆਂ ਜਾਣ। ਨੰਬਰ ਹੈਗਾ 5, 58 ਸਾਲ ਤੋਂ ਵਧੇਰੇ ਉਮਰ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ ਯੋਜਨਾ ਲਾਗੂ ਕਰਕੇ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ। ਖੇਤ ਨੂੰ ਇਕਾਈ ਮੰਨਦੇ ਹੋਏ ਸਰਕਾਰ ਖੁਦ ਪ੍ਰੀਮੀਅਮ ਭਰ ਕੇ ਫਸਲੀ ਬੀਮਾ ਯੋਜਨਾ ਲਾਗੂ ਕਰੇ। ਨੰਬਰ 7 ਹੈਗਾ ਜੀ, ਜ਼ਮੀਨ ਅਕਵਾਇਰ ਕਰਨ ਸੰਬੰਧੀ 2013 ਐਕਟ ਨੂੰ ਉਸੇ ਰੂਪ ਵਿੱਚ ਲਾਗੂ ਕੀਤਾ ਜਾਵੇ ਤੇ ਕੇਂਦਰ ਸਰਕਾਰ ਦੁਆਰਾ ਸੂਬਿਆਂ ਨੂੰ ਜ਼ਮੀਨ ਰਿਕਵਾਇਰ ਕਰਨ ਸੰਬੰਧੀ ਦਿੱਤੇ ਨਿਰਦੇਸ਼ ਰੱਦ ਕੀਤੇ ਜਾਣ। ਇਹ ਸੀਗਾ 7 ਜਿਹੜਾ ਵਾ ਸੂਤਰੀ ਮੰਗ ਪੱਤਰ ਆ ਸਾਡਾ, ਜਿਹਦੇ ਤੇ ਆਪਾਂ ਸਹਿਮਤੀ ਬਣਾ ਕੇ ਅੱਗੇ ਜਿਹੜੇ ਆ ਉਹ ਵੱਡੇ ਅੰਦੋਲਨ ਖਾਸ ਕਰਕੇ ਕੇਂਦਰ ਨੂੰ ਸੇਧਤ ਜਿਹੜੇ ਚਲਾਉਣੇ ਆ, ਉਹਨਾਂ ਦੇ ਸਹਿਮਤੀ ਬਣ ਕੇ ਜਿਹੜਾ ਵਾ ਇਹ 2 ਵੱਡੇ ਪੰਜਾਬ ਦੇ ਇਕੱਠਾਂ ਦਾ ਐਲਾਨ ਕੀਤਾ ਵਾ ਔਰ ਉਹਦੇ ਵਿੱਚ ਅੱਗੇ ਜਿਹੜਾ ਵਾ ਦਿੱਲੀ ਅੰਦੋਲਨ ਬਾਰੇ ਆਪਾਂ ਜਿਹੜਾ ਵਾ ਉਹਦੇ ਐਲਾਨ ਉਹਦੇ ਵਿੱਚ ਕਰਾਂਗੇ। ਮੈਂ ਕਹਿੰਦਾ ਆਪਣਾ ਮੋੜੀ ਸਾਹਿਬ ਹਰਿਆਣੇ ਤੋਂ ਨੇ। ਜਿਹੜਾ ਇਹ ਪ੍ਰੋਗਰਾਮ ਹੈ ਸਾਂਝੇ ਫੋਰਮਾਂ ਨੇ ਬਣਾਇਆ, ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਾਸਤੇ ਪੂਰੇ ਦੇਸ਼ ਦੇ ਕਿਸਾਨਾਂ ਨੂੰ, ਜਥੇਬੰਦੀਆਂ ਨੂੰ, ਜਿਹੜੇ ਸਰਕਾਰ ਦੇ ਖਿਲਾਫ ਲੜਨਾ ਚਾਹੁੰਦੇ ਆ, ਕਿਸਾਨਾਂ ਮਜ਼ਦੂਰਾਂ ਦੀ ਲੜਾਈ ਮਿਲ ਕੇ ਲੜਨਾ ਚਾਹੁੰਦੇ ਆ, ਉਵੇਂ ਚਾਹੇ ਆਦੀਵਾਸੀ ਹੋਣ, ਮਜ਼ਦੂਰ ਸੰਗਠਨ ਹੋਣ, ਕਿਸਾਨ ਸੰਗਠਨ ਹੋਣ, ਸਭ ਨੂੰ ਇਕੱਠਾ ਕਰਕੇ ਦਿੱਲੀ ਵੱਲ ਉਹੋ ਜਿਹਾ ਅੰਦੋਲਨ ਸਿਰਜਣ ਵਾਸਤੇ ਇਹ ਦੋਨੋਂ ਫੋਰਮ, ਹੋਰ ਵੀ ਜਿੰਨੇ ਸਾਥੀ, ਜਿੰਨੇ ਜਥੇਬੰਦੀਆਂ ਨੂੰ ਵੱਧ ਤੋਂ ਵੱਧ ਮਿਲਾ ਕੇ ਆਪਾਂ ਨੇ ਇਸ ਅੰਦੋਲਨ ਦੀ ਸ਼ੁਰੂਆਤ ਕਰਨੀ ਆ। ਤਾਂ ਉਸ ਵਾਸਤੇ ਇਹ ਫੋਰਮ ਤੇ ਸਾਡੀ ਜਥੇਬੰਦੀਆਂ ਸਾਰੀਆਂ ਰਲ ਕੇ ਕੋਸ਼ਿਸ਼ ਕਰਨਗੀਆਂ ਉਹੋ ਜਿਹਾ ਹੀ ਪਹਿਲਾਂ ਵਰਗਾ ਅੰਦੋਲਨ ਜਲਦੀ ਤੋਂ ਜਲਦੀ ਆਪਾਂ ਲੜ ਕੇ ਜਿਹੜੀਆਂ ਮੰਗਾਂ ਰਹਿੰਦੀਆਂ ਨੇ, ਜਿਹੜਿਆਂ ਦੇ ਵਾਅਦੇ ਸਰਕਾਰਾਂ ਨੇ ਕਰੇ ਹੋਏ ਨੇ, ਉਹ ਸਾਡੇ ਪੂਰੇ ਹੋ ਜਾਣ ਤੇ ਆਪਾਂ ਕਿਸਾਨਾਂ ਵਾਸਤੇ ਇਹ ਲੜਾਈ ਲੜ ਸਕੇ। ਕਿਉਂਕਿ 2024 ਤੋਂ ਬਾਅਦ ਜੇ ਆਪਾਂ ਪਹਿਲਾਂ ਇਹ ਲੜਾਈ ਨਾ ਲੜੇ, ਸਰਕਾਰ ਜਿਹੇ ਜਿਹੇ ਹਾਲਾਤਾਂ ਦੇ ਵਿੱਚ ਹੈ, ਜੇ ਸਰਕਾਰ ਆ ਗਈ ਦੁਬਾਰੇ ਸ਼ਾਇਦ ਲੋਕ ਅੰਦੋਲਨ ਕਰ ਵੀ ਨਾ ਸਕਣ। ਇਸ ਕਰਕੇ ਪੂਰੀ ਕਿਸਾਨੀ ਕੌਮ ਨੂੰ, ਮਜ਼ਦੂਰਾਂ ਨੂੰ, ਵਪਾਰੀਆਂ ਨੂੰ, ਸਾਰੇ ਸਾਥੀਆਂ ਨੂੰ ਤੁਹਾਡੇ ਰਾਹੀਂ ਅਪੀਲ ਹੈ ਵੀ ਇਸ ਅੰਦੋਲਨ ਦਾ ਸਾਥ ਦੇ ਕੇ ਆਪਾਂ ਸਰਕਾਰ ਤੋਂ ਜਿਹੜੀਆਂ ਰਹਿੰਦੀਆਂ ਮੰਗਾਂ ਨੇ, ਦੇਸ਼ ਦੀ ਖੁਸ਼ਹਾਲੀ ਵਾਸਤੇ, ਇਸ ਦੇਸ਼ ਦੀ ਅਰਥ ਵਿਵਸਥਾ ਨੂੰ, ਇਸ ਦੇਸ਼ ਨੂੰ ਸਿਰਜਣ ਵਾਸਤੇ, ਜਿਵੇਂ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ, MSP ਗਰੰਟੀ ਦੇ ਕਾਨੂੰਨ ਦੇ ਮੁਤਾਬਕ ਆਪਣੇ ਮਜ਼ਦੂਰਾਂ ਦੇ ਹੱਕਾਂ ਵਾਸਤੇ ਆਪਾਂ ਮਿਲ ਕੇ ਲੜੀਏ ਤੇ ਇਸ ਦੇਸ਼ ਦਾ ਨਿਰਮਾਣ ਵਧੀਆ ਤਰੀਕੇ ਨਾਲ ਆਪਾਂ ਕਰ ਸਕੀਏ। ਬਸ 1 ਮਿੰਟ ਲਈ ਆਪਣੇ ਮੰਗੜ ਸਾਹਿਬ ਨੇ ਯੂਪੀ ਤੋਂ। ਹਾਂਜੀ, ਇਹ ਕਰਦੇ ਮਾਣੇ ਸਪੀਕਰ ਕਰ ਲਾ, ਸਪੀਕਰ ਤੋਂ ਕਰ ਲਾ। ਇਸੇ ਸੰਬੰਧ 'ਚ ਜਿੱਦਾਂ ਵੱਡੇ ਸੀਨੀਅਰ ਲੀਡਰ ਸਾਹਿਬਾਨ ਨੇ ਆਖਿਆ ਹੈ, ਪੂਰੇ ਦੇਸ਼ ਦੇ ਕਿਸਾਨ ਇਸ ਵਕਤ ਬੜੀ ਵਿਪਤਾ ਦੇ ਵਿੱਚ ਪਏ ਹੋਏ ਆ। ਯੂਪੀ ਦੇ ਵਿੱਚ ਜਿਸ ਖੇਤਰ ਤੋਂ ਅਸੀਂ ਆਉਂਦੇ ਹਾਂ, ਹਲੇ ਤੱਕ ਪੁਰਾਣੇ
ਸਾਲ ਦੀਆਂ ਜਿਹੜੀਆਂ ਬਕਾਇਆ ਰਾਸ਼ੀਆਂ ਨੇ ਗੰਨੇ ਦੀਆਂ ਉਹ ਨਹੀਂ ਮਿਲੀਆਂ ਤੇ ਮਿਲਾਂ ਨਹੀਂ ਚੱਲੀਆਂ। ਸਰਕਾਰ ਕਿਤੇ ਨਾ ਕਿਤੇ ਇੱਕ ਕਿਸਾਨ ਮਾਰੂ ਨੀਤੀ ਦੇ ਤਹਿਤ ਕੰਮ ਕਰ ਰਹੀ ਹੈ ਔਰ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣ ਦੀ ਜਿਹੜੀ ਉਹਨਾਂ ਦੀ ਟ੍ਰੈਂਡ ਹੈ ਉਹਨੂੰ ਹੀ ਫੋਲੋ ਕਰ ਰਹੀ ਹੈ। ਤੇ ਸਾਡੀ ਬੇਨਤੀ ਹੈਗੀ ਹੈ ਕਿ ਪੰਜਾਬ ਤੇ ਹਰਿਆਣਾ ਜਿਹਨੇ ਪਹਿਲਾਂ ਵੀ ਇਹ ਅੰਦੋਲਨ ਜਿਹੜਾ ਆਪਾਂ ਦਿੱਲੀ 13 ਮਹੀਨੇ ਲੜਿਆ, ਇਹਦੀ ਆਗਾਜ਼ ਕਰੇ ਤੇ ਪੂਰੇ ਹਿੰਦੁਸਤਾਨ, ਯੂਪੀ, ਉੱਤਰਾਖੰਡ, ਰਾਜਸਥਾਨ, MP ਦੇ ਸਾਰੇ ਕਿਸਾਨ ਇਸ ਅੰਦੋਲਨ ਦੇ ਵਿੱਚ ਪੂਰੀ ਆਪਣੀ ਭੂਮਿਕਾ ਜਿੱਦਾਂ ਪਹਿਲਾਂ ਨਿਭਾਈ ਹੈ ਉੱਦਾਂ ਵੀ ਨਿਭਾਉਣਗੇ। ਧੰਨਵਾਦ। ਕੋਈ ਹੋਰ ਕਿਸੇ ਤਰ੍ਹਾਂ ਦਾ ਕੋਈ ਸਵਾਲ ਨਹੀਂ ਤਾਂ ਥੋੜੀ ਜਿਹੀ ਗੱਲ ਕਰ ਲਿਓ ਤੁਸੀਂ ਪਹਿਲਾਂ, ਫਿਰ ਲੈਣੇ ਸਵਾਲ। ਦੇਖੋ ਦੋਸਤੋ, ਗੱਲ ਇਹ ਹੈ, ਇਹ ਜਿਹੜਾ ਅੱਜ ਦੋ ਫੋਰਮ ਇਕੱਠੇ ਹੋਏ ਨੇ, SKM ਨਾਨ ਪੋਲੀਟੀਕਲ ਤੇ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ, ਕੁਝ ਪ੍ਰੋਗਰਾਮ ਦਿੱਲੀ ਵੱਲ ਨੂੰ ਸੇਧਤ SKM ਨਾਨ ਪੋਲੀਟੀਕਲ ਨੇ ਪਹਿਲਾਂ ਦਿੱਤੇ ਹੋਏ ਸੀਗੇ, ਜਿਹਦੇ 'ਚੋਂ ਇਹ ਰੱਖਿਆ ਗਿਆ ਸੀਗਾ ਕਿ ਅਸੀਂ ਪੂਰੇ ਭਾਰਤ ਦੇ ਵਿੱਚ 20 ਵੱਡੀਆਂ ਪੰਚਾਇਤਾਂ ਕਰਕੇ ਇੱਕ ਮਾਹੌਲ ਕ੍ਰੀਏਟ ਕਰਾਂਗੇ ਤਾਂ ਕਿ ਸਰਕਾਰ ਤੱਕ ਅਸੀਂ ਲੋਕਾਂ ਨੂੰ ਅਵੇਅਰ ਕਰਕੇ, ਜਾਗਰਤ ਕਰਕੇ ਅੰਦੋਲਨ ਦੇ ਰਾਹ 'ਤੇ ਤੋਰੀਏ। ਉਹਦੇ 'ਚੋਂ 14 ਆ ਰਹੀ ਹੈ 2-4 ਦਿਨਾਂ ਦੇ ਵਿੱਚ, ਇਸ 14 ਦਸੰਬਰ ਨੂੰ ਇੱਕ ਵੱਡਾ ਇਕੱਠ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ ਦੇ ਵਿੱਚ ਸਾਡੇ SKM ਨਾਨ ਪੋਲੀਟੀਕਲ ਵੱਲੋਂ ਰੱਖਿਆ ਹੋਇਆ। ਔਰ ਉਹ ਵੀ ਇਹ ਨਹੀਂ ਹੈ ਕਿ ਉਹ ਕੋਈ ਸਾਡੇ ਵੱਲੋਂ ਰੱਖਿਆ ਗਿਆ, ਉਹ ਵੀ SKM ਨਾਨ ਪੋਲੀਟੀਕਲ ਦਾ ਹੈ ਔਰ ਇਸੇ ਲੜਾਈ ਨੂੰ ਅੱਗੇ ਮਤਲਬ ਤਕੜਾ ਕਰਨ ਵਾਸਤੇ ਹੈ। ਤੁਸੀਂ ਦੇਖਿਆ ਗੰਨੇ ਦੀ ਲੜਾਈ ਲੋਕ ਲੜ ਰਹੇ ਨੇ, ਅੱਜ ਵੀ ਲੋਕ ਲੜੀ ਜਾਂਦੇ ਨੇ, ਲੇਕਿਨ ਸਰਕਾਰ ਕਿਸੇ ਦੀ ਸੁਣਵਾਈ ਕਰਨ ਲਈ ਤਿਆਰ ਨਹੀਂ। ਧੂਰੀ ਮਿੱਲ ਦੇ ਸਬੰਧ ਦੇ ਵਿੱਚ ਜਿਹੜਾ ਲੜਾਈ ਚੱਲ ਰਹੀ ਹੈ, ਅਸੀਂ ਆਹ ਜਿਹੜਾ ਫੋਰਮ ਬੈਠੇ ਨੇ ਦੋਨੋਂ, ਅਸੀਂ ਉਸ ਲੜਾਈ ਦਾ ਪੂਰਨ ਤੌਰ ਦੇ ਉੱਤੇ ਮਤਲਬ ਸਮਰਥਨ ਕਰਦੇ ਹਾਂ। ਕੋਈ ਕਿਸੇ ਤਰ੍ਹਾਂ ਦਾ ਹੋਰ ਕੋਈ ਕਿਸੇ ਦਾ ਕੋਈ ਸਵਾਲ ਹੈ ਤਾਂ ਉਹ ਜ਼ਰੂਰ ਮਤਲਬ ਸਾਡੇ ਨਾਲ। दिल्ली में कोई दोबारा वैसा का वैसा बड़ा आंदोलन देखने को मिल सकता है क्या? आपके ये संकेत हैं एक और इकट्ठा होने के? देखिए, दिल्ली वैसा आंदोलन हो, ऐसा आंदोलन हो, ये तो वक्त बताता है। जब हम उस समय दिल्ली गए थे, वो ऐसा नहीं उलीक कर गए थे कि हम उतने वहाँ पे मतलब 13 महीने बैठेंगे। हमारा तब भी कार्यक्रम सिर्फ 2 दिन का था, लेकिन ये एक बात जरूर थी कि तब तक वापस नहीं आएंगे जब तक सरकार लोगों की बात मानती नहीं। वहीं पे बात अब भी है, अगर सरकार हमारी बात नहीं मानेगी तो हमें जितना भी लंबा आंदोलन चलाना पड़ा, हो सकता है लंबा चल जाए। देखो नहीं देखो, सवाल ये है, उस वेले भी किसान जथेबंदियां सारियां अलग-अलग विचारधारा ਦੀਆਂ ਸੀ, ਅੱਜ ਵੀ अलग-अलग विचारधारा ਦੀਆਂ ਉਹ ਵਖਰੇਵੇਂ ਸਾਡੇ ਉਦੋਂ ਵੀ ਸੀ, ਅੱਜ ਵੀ ਹੈ ਤੇ ਅੱਗੇ ਵੀ ਰਹਿਣਗੇ। ਲੇਕਿਨ ਜਦੋਂ ਮਸਲਾ ਉੱਠਦਾ ਹੈ, ਸਾਡੇ ਕੋਈ ਗੱਲ ਨੂੰ ਹੱਥ ਪਾਏਗਾ, ਸਾਡੀ ਉਸ ਵੇਲੇ ਵੀ ਤਾਂ ਲੜਾਈ ਜਦੋਂ ਸ਼ੁਰੂ ਹੋਈ ਸੀ ਉਦੋਂ ਲੋਕਾਂ ਨੂੰ ਕਾਨੂੰਨਾਂ ਬਾਰੇ ਕੋਈ ਪਤਾ ਨਹੀਂ ਸੀ ਕਿ ਕੀ ਹੈ ਕਾਨੂੰਨ। ਲੋਕਾਂ ਨੂੰ ਇੱਕੋ ਗੱਲ ਜ਼ਿਹਨ ਦੇ ਵਿੱਚ ਆਈ ਕਿ ਸਾਡੀ ਜ਼ਮੀਨ ਤੇ ਵਾਰ ਹੈ। ਅੱਜ ਵੀ ਅਗਰ MSP ਦੇ ਮਾਮਲੇ ਨੂੰ ਲੈ ਕੇ ਅਸੀਂ ਚੱਲ ਰਹੇ ਹਾਂ, ਕਣਕ ਤੋਂ ਇੰਪੋਰਟ ਡਿਊਟੀ ਖਤਮ ਕੀਤੀ ਜਾ ਰਹੀ ਹੈ, ਅਗਰ 40% ਇੰਪੋਰਟ ਡਿਊਟੀ ਕਣਕ ਤੋਂ ਖਤਮ ਹੋ ਜਾਏਗੀ ਤਾਂ ਸਾਡੀ ਭਾਰਤ ਦੇ ਕਿਸਾਨਾਂ ਦੀ ਕਣਕ ਨਹੀਂ ਵਿਕੇਗੀ ਔਰ ਉਹ ਕਣਕ ਜਦੋਂ ਨਾ ਵਿਕੀ, ਸੁਭਾਵਿਕ ਹੈ ਕਿ ਦੇਸ਼ ਦੇ ਕਿਸਾਨ ਦੀ ਆਰਥਿਕਤਾ ਡਿੱਗੇਗੀ ਔਰ ਉਹੀ ਜ਼ਮੀਨਾਂ ਲੈਣ ਦਾ, ਟੇਢੇ ਢੰਗ ਨਾਲ ਜ਼ਮੀਨਾਂ ਖੋਹਣ ਦਾ ਛੜਯੰਤਰ ਹੈ। ਔਰ ਜਦੋਂ ਲੋਕਾਂ ਨੂੰ ਇਹ ਸਮਝ ਆ ਜਾਏਗੀ ਤਾਂ ਕੋਈ ਦੋ ਰਾਮਾ ਨਹੀਂ ਕਿ ਅੰਦੋਲਨ ਪਹਿਲਾਂ ਨਾਲੋਂ ਵੀ ਤਕੜਾ ਹੋ ਸਕਦਾ। ਲੜਾਈ ਤਾਂ ਇਸ਼ੂ ਦੀ ਹੈ ਕਿ ਸਮੱਸਿਆ ਕੀ ਹੈ, ਕਿਉਂ। ਅਸਲ ਲੜਾਈ WTO ਦੇ ਪ੍ਰਭਾਵ ਥੱਲੇ ਸਾਰਾ ਕੁਝ ਹੋ ਰਿਹਾ, ਤੁਸੀਂ ਸਾਡੇ ਨਾਲੋਂ ਵੱਧ ਜਾਣਦੇ ਹੋ। ਠੀਕ ਹੈ, ਇੱਕ ਮਿੰਟ, ਮੈਂ ਤਾਂ ਇਹਦਾ ਐਂ ਜਵਾਬ ਦੇਣਾ ਹੋਊਗਾ, ਜੇ ਤਾਂ ਦਿੱਲੀ ਅੰਦੋਲਨ ਤੋਂ ਬਾਅਦ ਕਿਸਾਨਾਂ ਦੀਆਂ ਸਮੱਸਿਆ ਮੁੱਕ ਜਾਂਦੀਆਂ ਫਿਰ ਤਾਂ ਤੁਹਾਡਾ ਕੁਐਸਚਨ ਠੀਕ ਸੀਗਾ ਵੀ ਸ਼ਾਇਦ ਤੁਹਾਡਾ ਅੰਦੋਲਨ ਨਾ ਬਣੇ। ਕਿਸਾਨ ਮਜ਼ਦੂਰ ਦੀ ਸਮੱਸਿਆ ਵਧੀ ਆ, ਉਹਦੇ ਨੂੰ ਵੱਡਾ ਅੰਦੋਲਨ ਬਣ ਸਕਦਾ, ਉਹਦਾ ਗੁੱਸਾ ਵਧਿਆ, ਚਾਹੇ ਸੂਬਿਆਂ ਦੀਆਂ ਸਰਕਾਰਾਂ ਹੋਣ ਚਾਹੇ ਕੇਂਦਰ ਦੀਆਂ ਹੋਣ, ਇਸ ਕਰਕੇ ਉਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਤੁਸੀਂ ਦੇਖਿਆ ਵਾ ਵੀ ਅਸੀਂ ਪਹਿਲਾਂ ਵੀ ਤੁਸੀਂ ਸਵਾਲ ਕਰਦੇ ਸੀਗੇ 18 ਹੋਏ ਆ, ਸਾਡੇ ਅੰਦਰ ਤਾਂ ਹੋਰ ਵੀ ਆ ਗਈਆਂ ਸੀ, ਵੈਸੇ ਨਾ ਹੀ ਆਪਣਾ 18 ਰੱਖਿਆ, ਠੀਕ ਆ। ਹੁਣ ਅਸੀਂ 2 ਫੋਰਮ ਇਕੱਠੇ ਹੋ ਗਏ ਆ, ਤਾਂ ਕਿਉਂ ਨਹੀਂ ਅਸੀਂ ਚੰਗਾ ਸੋਚਦੇ ਹੈਗੇ, ਕਿਸਾਨਾਂ ਲਈ ਲੜਨਾ, ਮਜ਼ਦੂਰਾਂ ਲਈ ਲੜਨਾ, ਦੇਸ਼ ਲਈ ਲੜਨਾ ਵਾ। ਤਾਂ ਲੋਕ ਹਾਲਤਾਂ ਬਣਾ ਦਿੰਦੇ ਹੁੰਦੇ ਆ, ਤੁਹਾਨੂੰ ਸਾਰੇ ਇਕੱਠੇ ਦਿਖਣਗੇ, ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ। ਅਸੂਲਾਂ ਦਾ ਰੌਲਾ ਵਾ ਇੱਕ, ਅਸੀਂ ਤੁਹਾਨੂੰ ਵੀ ਕਿਹਾ ਸੀ ਕਿ ਅਸੂਲੀ ਇੱਕ ਏਕਤਾ ਹੋਣੀ ਚਾਹੀਦੀ ਹੈ। ਅਸੂਲੀ ਏਕਤਾ ਵਿੱਚ ਜਿਹੜਾ ਮਰਜ਼ੀ ਆ ਜਾਏ, ਕੋਈ ਰੌਲਾ ਨਹੀਂ। ਹਾਂ, ਚੱਲਦੀ ਚੁਲਦੀ ਰਹਿੰਦੀ, ਇੱਕ ਦੂਜੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ, ਠੀਕ ਆ ਜੀ। ਇਹ ਗੱਲਬਾਤ ਤਾਂ ਨਹੀਂ ਬੰਦ ਕਰਦੇ ਹੁੰਦੇ, ਇੰਨਾ ਤਾਂ ਨਹੀਂ ਸਾਡਾ ਕੋਈ ਮਸਲਾ ਪਿਆ ਕਿ ਇੱਕ ਦੂਜੇ ਨਾਲ ਕੋਈ ਇਹ ਬੋਲੀਏ ਨਾ। ਦੇਖੋ, ਜਾਂ ਇਹ ਸਿਰਫ ਇਲਜ਼ਾਮ ਤਰਾਸ਼ੀਆਂ ਸੀ, ਇਹਦੇ ਵਿੱਚ ਸੱਚਾਈ ਕੋਈ ਨਹੀਂ, ਤੇ ਇੱਕ ਦੂਜੇ ਨੂੰ ਡੀਫਰੇਮ ਕਰਨਾ, ਇੱਕ ਦੂਜੇ ਨੂੰ ਨੀਵਾਂ ਦਿਖਾਉਣਾ, ਜਾਂ ਫਿਰ ਕਿਸੇ ਸਾਜ਼ਿਸ਼ ਦੇ ਤਹਿਤ ਇਹ ਇਲਜ਼ਾਮ ਸੀ, ਉਹਨਾਂ ਵਿੱਚ ਸੱਚਾਈ ਨਹੀਂ, ਜੇ ਸੱਚਾਈ ਤਾਂ ਕਿਉਂ ਨਹੀਂ ਹੈ? ਦੇਖੋ, ਜਦੋਂ ਤੱਕ ਸਵਾਲ ਹੈਗਾ ਕਿਸਾਨਾਂ ਦਾ ਵਿਸ਼ਵਾਸ ਕਰੂਗਾ ਕਿ ਨਹੀਂ ਕਰੂਗਾ, ਕਿਸਾਨ ਤਾਂ ਹਮੇਸ਼ਾ ਸੰਘਰਸ਼ ਚਾਹੁੰਦਾ ਵਾ, ਉਹਦੀ ਹਾਲਾਤ ਵਧੀਆ ਹੋਣ, ਚਾਹੇ ਖੇਤ ਮਜ਼ਦੂਰ ਆ, ਉਹਨੂੰ ਕੋਈ ਕਿਸੇ ਨਾਲ ਰੌਲਾ ਰੱਪਾ ਨਹੀਂ ਹੈਗਾ, ਠੀਕ ਆ। ਉਹ ਇਲਜ਼ਾਮ ਆਪਣੇ ਥਾਂ ਕਿੰਨੇ ਵਾਜਬ ਸੀ, ਕਿੰਨੇ ਗੈਰ ਵਾਜਬ ਸੀ, ਉਹ ਆਪਣਾ ਸਥਾਨ ਰੱਖਦੇ ਆ। ਹੁਣ ਸਵਾਲ ਹੈਗਾ ਵੀ ਜਿੱਥੇ ਅਸੀਂ ਖੜੇ ਆ, ਕਿ ਅਸੀਂ ਆਪਣੀ ਆਪਣੀ ਜਗ੍ਹਾ 'ਤੇ ਖੜੇ ਰਹੀਏ, ਤੇ ਕੀ ਦੇਸ਼ ਦੀ ਕਿਸਾਨੀ ਨੂੰ ਲੁੱਟਣ ਜਾਣ ਦੀ ਹਾਕਮਾਂ ਵੱਲੋਂ? ਇਹ ਸਵਾਲ ਸਾਡੇ ਸਾਹਮਣੇ ਆ। ਕਿਉਂ ਨਾ ਕਰੀਏ? ਜੇ ਦੇਸ਼ ਬਚਾਉਣਾ, ਦੇਸ਼ ਦਾ ਕਿਸਾਨ ਬਚਾਉਣਾ, ਠੀਕ ਆ, ਉਹ ਚੀਜ਼ਾਂ ਰਹਿਣੀਆਂ ਆਪਣੇ ਥਾਂ ਸਿੱਧਾ। ਦੇਖੋ, ਪਹਿਲੀ ਤਾਂ ਗੱਲ ਇਹ ਹੈ, ਨਹੀਂ ਇੱਕ ਮਿੰਟ, ਮੈਂ ਇੱਕ ਬੇਨਤੀ ਕਰਦਾ। ਦੇਖੋ, ਜਿਹੜੀ ਤਾਂ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਅਸੀਂ ਇਹ ਸੋਚ ਰਹੇ ਹਾਂ ਕਿ ਏਕਤਾ ਹੋਏ, ਜਿਹੜੀਆਂ ਗੱਲਾਂ ਅਸੀਂ ਦੱਸੀਆਂ ਜਾਂ ਕਹੀਆਂ, ਜਿਹੜੀਆਂ ਗੱਲਾਂ ਪੰਧੇਰ ਸਾਹਿਬ ਨੇ ਗੱਲ ਕਹੀ, ਕਿ ਜਿਹੜੀ ਗੱਲ ਅਸੀਂ ਕਹੀ ਆ ਉਹਦੇ 'ਤੇ ਅਸੀਂ ਅੱਜ ਕਿਹੜਾ ਉਹ ਤੋਂ ਪਿੱਛੇ ਹਟੇ ਹਾਂ, ਉਹਦੇ 'ਤੇ ਅੱਜ ਵੀ ਖੜ੍ਹੇ ਹਾਂ। ਇਹ ਅੱਜ ਵੀ ਕਹਿੰਦੇ ਹਾਂ ਕਿ ਇਹਦੇ ਹਿਸਾਬ ਕਿਤਾਬ ਲੈਣੇ ਬਾਕੀ ਨੇ, ਉਹ ਚਰਚਾ ਕਰਨੀ ਬਾਕੀ ਆ। ਜਿੰਨਾ ਚਿਰ ਉਹ ਚਰਚਾ ਨਹੀਂ ਹੁੰਦੀ ਉਹਨਾਂ ਚਿਰ ਮਤਲਬ ਇਹ ਵਖਰੇਵੇਂ ਹੁੰਦੇ ਨੇ। ਲੇਕਿਨ ਇੱਕ ਮਿੰਟ ਰੁਕ ਮਾੜਾ ਜਾ, ਮੈਨੂੰ ਪਲੀਜ਼ ਗਲਤ ਕਰਨ ਦੇ ਕਰਨਾ, ਤੂੰ ਬਾਹਲਾ ਮੈਂ ਐਂ ਨਾ ਕਰਿਆ ਕਰ। ਮੇਰਾ ਸਵਾਲ ਇਹ ਹੈ, ਜਦੋਂ ਪਿਛਲੀ ਵਾਰੀ ਆਪਾਂ ਲੜਾਈ ਸ਼ੁਰੂ ਕੀਤੀ ਸੀ, 32 ਇਕੱਠੇ ਹੋ ਗਏ ਸੀ ਨਾ, ਆਹ ਤਾਂ ਪਤੰਦਰ ਇਕੱਠੇ ਨਹੀਂ ਹੋਏ ਸੀ, ਆਹ ਤੁਹਾਡੇ ਕੋਲੇ ਬੈਠੇ ਆ, ਲੇਕਿਨ ਲੜੇ ਦਿੱਲੀ ਜਾ ਕੇ ਇਹ ਵੀ। ਇੱਕ ਹਿੱਸਾ ਬੈਠਾ ਜਸਵਿੰਦਰ ਉਗਰਾਹਾਂ ਸਾਹਿਬ ਦੇ ਹਿੱਸੇ 'ਚੋਂ ਆਏ ਨੇ, ਇਕੱਠੇ ਨਹੀਂ ਸੀਗੇ, ਅੱਡੋ-ਅੱਡੀ ਲੜੇ ਆ ਨਾ, ਲੇਕਿਨ ਦਿੱਲੀ ਤਾਂ ਝੁਕਾਈ ਆ ਨਾ। ਉਹ ਯਾਰ ਝੁਕਾ ਲਾਂਗੇ, ਕਿਉਂ ਕਰੀ ਜਾਂਦੇ ਹੋ ਤੁਸੀਂ ਤਕੜੇ ਹੋ ਕੇ ਸਾਡਾ ਸਾਥ ਦਿਓ, ਝੁਕਾ ਲਾਂਗੇ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਜਿਹੜੇ ਤੁਹਾਡੇ ਸਵਾਲ ਨੇ ਉਹ ਸਟੈਂਡ ਕਰਦੇ ਨੇ, ਉਹਨਾਂ ਦੇ ਉੱਤੇ ਮਤਲਬ ਡੱਲੇਵਾਲ ਕਦੇ ਵੀ ਸਮਝੌਤਾ ਨਹੀਂ ਕਰਦਾ, ਨਾ ਮੈਂ ਡਿਪਲੋਮੈਟਿਕ ਹੈਗਾ। ਮੇਰੇ ਤਾਂ ਬੜੇ ਸਿੱਧੇ ਸਪਸ਼ਟ ਖੁੱਲੇ ਕਿਤਾਬ ਵਰਗੇ ਜਵਾਬ ਹੁੰਦੇ ਆ। ਹੋਰ ਕੋਈ ਗੱਲ ਕਰਨੀ? ਹਾਂ, ਠੀਕ ਹੈ। ਜਿਹੜੀ ਅੰਦਰ ਦੀਆਂ ਸਵਾਲ ਨੇ ਉਹ ਆਪਣੇ ਥਾਂ ਨੇ, ਪਰ ਬਾਹਰ ਵਾਲੀਆਂ ਹਾਲਤਾਂ ਆਪਣੇ ਥਾਂ ਨਹੀਂ। ਉਹ ਚਲੋ ਅੰਦਰ ਹੀ ਕਰਾਂਗੇ ਅਸੀਂ, ਉਹ ਅੰਦਰ ਕਰਾਂਗੇ ਬਹਿ ਕੇ, ਭਰਾਵਾਂ ਵਾਲੇ ਭਰਾਵਾਂ ਨਾਲ ਹੁੰਦੇ ਆ, ਬਾਹਰ ਵਾਲੇ ਬਾਹਰ ਨਾਲ ਹੁੰਦੇ ਆ। ਉਹ ਤਾਂ ਜਾਗਰ ਨੇ, ਤੁਹਾਨੂੰ ਸਾਰਿਆਂ ਨੂੰ ਪਤਾ, ਜਿੰਨੀ ਪ੍ਰੈਸ ਬੈਠੀ ਉਹ ਜਾਗਰ ਹੀ ਆ। ਹਾਂ ਬੇਟਾ, ਪੰਜਾਬ ਤੇ ਹਰਿਆਣਾ ਦੇ ਕਿਸਾਨ ਆਗੂ ਕਿਸਾਨੀ ਮੁੱਦਿਆਂ ਦੇ ਇਕੱਠੇ ਬੈਠੇ ਨੇ, ਕੀ ਐਸਐਲ ਤੇ ਵੀ ਸਟੈਂਡ ਵੱਖਰਾ ਜਾਂ ਬੇਟੇ ਬੜੀ ਸੋਹਣੀ ਗੱਲ ਕੀਤੀ ਹੈ ਤੁਸੀਂ। ਨਾ ਤਾਂ SYL ਦਾ ਕੋਈ ਰੌਲਾ ਪੁੱਤ, ਇਹ ਤਾਂ ਪੋਲੀਟੀਕਲ ਮੁੱਦੇ ਨੇ। SYL ਹੈ ਹੀ ਨਹੀਂ ਸੀ, SYL ਦਾ ਕੋਈ ਮੁੱਦਾ ਹੀ ਨਹੀਂ। ਹਰਿਆਣੇ ਦੇ ਲੋਕਾਂ ਨੂੰ ਜਦੋਂ ਏਕਤਾ ਤੋੜਨ ਵਾਸਤੇ BJP ਨੇ ਪੰਗਾ ਲਿਆ ਸੀ, ਉਦੋਂ ਅੰਦੋਲਨ ਦੇ ਚੱਲਦਿਆਂ, ਤੇ ਹਰਿਆਣੇ ਦੇ ਲੋਕਾਂ ਨੇ ਜੁੱਤੀਆਂ ਮਾਰ ਕੇ ਪਿੰਡਾਂ 'ਚੋਂ ਭਜਾਏ ਸੀ ਉਹ BJP ਵਾਲੇ ਲੋਕ, ਹੈ ਨਾ, ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ। ਸਾਡੀ ਏਕਤਾ ਨੂੰ ਕਾਇਮ ਰੱਖਣ ਲਈ ਨੋਟ ਕਰਿਓ ਗੱਲ, ਮੈਂ ਕੀ ਕਹਿਣਾ ਚਾਹੁੰਦਾ। ਹਰਿਆਣਾ ਤੇ ਪੰਜਾਬ, ਮੈਂ ਦਾਅਵੇ ਨਾਲ ਗੱਲ ਕਰਦਾ, ਇੱਕਜੁੱਟ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਕਿ SYL ਛੱਡੋ ਯਾਰ, ਤੁਸੀਂ ਕੰਮ ਕਰੋ ਜਿਹੜਾ ਕਰਨ ਵਾਲਾ ਹੈ, ਉਹ ਹੈ ਸ਼ਾਰਦਾ ਜਮਨਾ ਲਿੰਕ ਚੈਨਲ ਤੇ। ਸ਼ਾਰਦਾ ਜਮਨਾ ਲਿੰਕ ਚੈਨਲ ਤੇ ਕੰਮ ਕਰੋ। ਅਗਰ ਸ਼ਾਰਦਾ ਜਮਨਾ ਤੇ ਕੰਮ ਹੋ ਜਾਂਦਾ ਹੈ, 200% ਕਲੀਅਰ ਹੈ ਕਿ ਹਰਿਆਣਾ ਤੇ ਪੰਜਾਬ ਇੱਕ ਦੂਜੇ ਦੇ ਦੁਸ਼ਮਣ ਨਹੀਂ, ਇੱਕ ਦੂਜੇ ਦੇ
ਬਿਲਕੁਲ ਜਿਵੇਂ ਹੁਣ ਸਗੇ ਭਰਾ ਬਣ ਕੇ ਬੈਠੇ ਆ ਨਾ, ਇਦੋਂ ਵੀ ਵੱਧ ਮਤਲਬ ਨੇੜਤਾ ਬਣੇਗੀ। ਬਾਕੀ ਹਰਿਆਣੇ ਵਾਲੇ ਦੱਸ ਦੇਣਗੇ। ਲੜਾਈ ਵਾਸਤੇ ਰਾਜਨੀਤਿਕ ਪੋਲੀਟੀਕਲ ਮੁੱਦਾ ਰਹਿ ਗਿਆ। वैसे कोई साथी कहेंगे भी हिंदी वाली, मैं हरियाणा की तरफ से हिंदी में बोलना चाहूँगा। पंजाब के साथियों के साथ बैठे तो पंजाबी बोलनी पड़ जाती है। हरियाणा का और पंजाब का आंदोलन के टाइम भी और आज भी स्पष्ट मुद्दा है, ज़मीनें बचेंगी फिर पानी की लड़ाई होगी। पंजाब की ज़मीनें, हरियाणा की ज़मीनें कॉरपोरेट हड़पना चाहता है, और जो पानी वाला प्रोजेक्ट बनाया हुआ है शारदा यमुना लिंक नहर का, उसके ऊपर सरकार काम नहीं करना चाहती। और SY वाले मुद्दे को बीजेपी वाले लोग और पॉलिटिकल लोग, SKM कोई भी हो जो यूनियनें हैं वो इस मुद्दे पे नहीं बोलती, क्योंकि पंजाब और हरियाणा की जो एकता है वो बहुत ऊपर तक चली गई है। अब ये छोटे मोटे मुद्दे बाद में हल करेंगे। जो हमारा रहते मसले हैं दिल्ली सरकार के साथ, उनके ऊपर पहले भी एकजुट होकर लड़े सब लोग, चाहे वो राजनीतिक तौर पर उनकी आइडियोलॉजी अलग थी, चाहे संगठनों के तौर पर अलग थी। लेकिन 2020 का जो आंदोलन था उसमें अलग अलग लोगों ने, अलग अलग इलाके के लोगों ने, अलग अलग सोच रखने वाले लोगों ने एकजुट होकर लड़ाई लड़ी और जीत तक ले गई। लेकिन सरकार ने वादा खिलाफी की है। इस वादा खिलाफी के खिलाफ पूरी पब्लिक के अंदर, पूरी किसानी कौम के अंदर रोष है, और उस रोष को भांपते हुए लोग जो फैसले हैं, जो एकता आपको दिख रही है, आने वाले समय में इससे भी बड़े एकता के रूप में ये किसान संगठन इकट्ठे होंगे और इस देश की लड़ाई, इस देश के निर्माण के ये जो लड़ाई हम लड़ रहे हैं वो आपको देखने को मिलेगी। और भी संगठन और भी लोग एकजुट होकर दिल्ली के खिलाफ लड़ेंगे।